ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮਿਸ਼ਨ ਪੰਜਾਬ ਭਾਜਪਾ ਵੱਲੋਂ ਨਵੇਂ ਗਠਜੋੜ ਦੀ ਤਿਆਰੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਭਾਜਪਾ ਆਗੂਆਂ 'ਚ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਪਰ ਉੱਥੇ ਹੀ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਵੀ ਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਪੰਜਾਬ ਭਾਜਪਾ ਦੇ ਵਿੱਚ ਇੱਕ ਬਦਲਾਅ ਕਰਨ ਜਾ ਰਹੀ ਹੈ, ਜਿਸ ਲਈ ਲਗਾਤਾਰ ਦੇਖੀਏ ਤਾਂ ਭਾਜਪਾ ਦੀ ਕੌਮੀ ਲੀਡਰਸ਼ਿਪ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਆਪਣੀ ਫੇਰੀਆਂ ਵਧਾ ਦਿੱਤੀਆਂ ਨੇ। ਉਹ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਅਤੇ ਨਵੇਂ ਚਿਹਰਿਆਂ ਦੀ ਜਿਹੜੀ ਭਾਲ ਕਰ ਰਹੇ ਨੇ। ਉੱਥੇ ਹੀ ਭਾਜਪਾ ਦੇ ਵਿੱਚੋਂ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਵੀ ਕਿ ਆਉਣ ਵਾਲੇ ਦਿਨਾਂ 'ਚ ਭਾਜਪਾ ਦੀ ਸਾਰੀ ਪੰਜਾਬ ਦੀ ਲੀਡਰਸ਼ਿਪ 'ਚ ਫੇਰ ਬਦਲ ਜਿਹੜਾ ਹੈਗਾ ਦੇਖਣ ਨੂੰ ਮਿਲ ਸਕਦਾ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਭਾਜਪਾ 'ਚ ਜਿਹੜਾ ਫੇਰ ਬਦਲ ਦੀ ਤਿਆਰੀਆਂ ਚੱਲ ਰਹੀਆਂ ਨੇ, ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਦੇਖੋ, ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ 2 ਸਾਲ ਦਾ ਅਰਸਾ ਤਕਰੀਬਨ ਬਾਕੀ ਪਿਆ ਹੈਗਾ। ਜਿਉਂ-ਜਿਉਂ ਟਾਈਮ ਬੀਤੇ ਗਿਆ ਤਿਉਂ-ਤਿਉਂ ਜਿਹੜੀਆਂ ਪੋਲੀਟੀਕਲ ਸਰਗਰਮੀਆਂ ਔਰ ਸਿਆਸੀ ਪਾਰਟੀਆਂ ਦੇ ਜਿਹੜੇ ਆਪਸੀ ਜੋੜ ਤੋੜ ਹੈ, ਉਹਨਾਂ ਦੇ ਵਿੱਚ ਵੀ ਸਰਗਰਮੀ ਹੈ ਜਿਹੜੀ ਵਧੇਗੀ। ਜੀ ਜਦੋਂ ਆਪਾਂ ਭਾਜਪਾ ਦੀ ਗੱਲ ਕਰਦੇ ਹੈਗੇ ਹਾਂ ਤਾਂ ਭਾਜਪਾ ਦਾ ਜਿਹੜੀ ਪਿਛਲੀ ਚੋਣ ਸੀ ਦੋ ਵਿਧਾਨ ਸਭਾ ਦੀ, ਜੀ ਉਹ ਗੱਠਜੋੜ ਜਿਹੜਾ ਉਹ ਸੀਗਾ ਸ਼੍ਰੋਮਣੀ ਅਕਾਲੀ ਦਲ ਨਾਲ। ਔਰ ਐਤਕੀ ਜਿਹੜੀ ਵਿਧਾਨ ਸਭਾ ਦੀ ਨੈਕਸਟ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਇਹ ਸੋਚ ਕੇ ਚੱਲ ਰਹੇ ਨੇ ਕਿ ਅਸੀਂ ਇਕੱਲੇ ਤੌਰ 'ਤੇ ਇਲੈਕਸ਼ਨ ਲੜਨੀ ਹੈ। ਜੀ ਪਰ ਉਸ ਤੋਂ ਪਹਿਲਾਂ ਭਾਜਪਾ ਲਈ ਸਭ ਤੋਂ ਇੰਪੋਰਟੈਂਟ ਹੈ ਜਿਹੜੀ ਉਹ ਲੋਕ ਸਭਾ ਦੀਆਂ ਚੋਣਾਂ ਨੇ। ਔਰ ਭਾਜਪਾ ਨੇ ਇਹ ਗੱਲ ਮਹਿਸੂਸ ਕੀਤੀ ਹੈਗੀ ਹੈ ਕਿ ਜਿਹੜੀਆਂ ਬੀਤੇ ਦੇ ਵਿੱਚ ਉਹਨਾਂ ਤੋਂ ਭੁੱਲਾਂ ਹੋਈਆਂ ਪੰਜਾਬ ਪ੍ਰਤੀ, ਖਾਸ ਕਰਕੇ ਸਿੱਖ ਕਮਿਊਨਿਟੀ ਪ੍ਰਤੀ, ਕਿ ਉਹਨਾਂ ਦੇ ਵਿੱਚ ਕਿਵੇਂ ਸੁਧਾਰ ਕੀਤਾ ਜਾਵੇ ਅਤੇ ਪੰਜਾਬ ਦੇ ਵਿੱਚ ਨਵੀਂ ਸਿਆਸੀ ਸਾਬੰਦੀ ਹੈ ਜਿਹੜੀ ਉਹ ਕਿਵੇਂ ਖੜੀ ਕੀਤੀ ਜਾਵੇ। ਜੀ ਔਰ ਹੁਣ ਜਿਹੜਾ ਭਾਜਪਾ ਹੈ ਉਹ ਸਿੱਖ ਕਮਿਊਨਿਟੀ ਪ੍ਰਤੀ ਆਪਣੇ ਹੱਥ ਹੈ ਜਿਹੜੇ ਅੱਗੇ ਵਧਾਉਣ ਦੀ ਤਿਆਰੀ ਦੇ ਵਿੱਚ ਲੱਗੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਸਿੱਖ ਕਮਿਊਨਿਟੀ ਜੀ ਔਰ ਖ਼ਾਸ ਕਰਕੇ ਜਿਹੜਾ ਦਿਹਾਤੀ ਪੰਜਾਬ ਹੈ ਉਹ ਕਿਸ ਤਰ੍ਹਾਂ ਰਿਸਪੌਂਡ ਕਰਦਾ ਹੈ। ਆਤਿਸ਼, ਜਿਸ ਤਰ੍ਹਾਂ ਆਪਾਂ ਪਹਿਲਾਂ ਚਰਚਾ ਕਰਦੇ ਰਹੇ ਹੈਗੇ ਹਾਂ ਕਿ ਖ਼ਾਸ ਤੌਰ 'ਤੇ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲਿਆ ਸੀ ਜੀ ਔਰ ਉਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸ਼ਹਾਦਤਾਂ ਨੇ ਉਹ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋਈਆਂ ਨੇ। ਬਿਲਕੁਲ। ਉਸ ਮਗਰੋਂ ਇੱਕ ਜਿਹੜਾ ਬਹੁਤ ਵੱਡਾ ਖੱਪਾ ਜਾਂ ਆਪਾਂ ਕਹਿ ਲਈਏ ਇੱਕ ਬਹੁਤ ਵੱਡੀ ਜਿਹੜੀ ਦੀਵਾਰ ਹੈ ਉਹ ਖੜੀ ਹੋ ਗਈ ਹੈ। ਸਾਡੀ ਪੰਜਾਬ ਦੀ ਦਿਹਾਤੀ ਪੰਜਾਬ ਦੀ ਸੈਕੀ ਦੇ ਵਿੱਚ ਜਿਹੜਾ ਭਾਜਪਾ ਪ੍ਰਤੀ ਇੱਕ ਬਹੁਤ ਵੱਡਾ ਰੰਜ ਹੈ ਜਾਂ ਇੱਕ ਬਹੁਤ ਵੱਡਾ ਗੁੱਸਾ ਹੈ। ਹੁਣ ਭਾਜਪਾ ਨੂੰ ਇਸੇ ਗੱਲ ਦਾ ਫਿਕਰ ਹੈ ਕਿ ਇਸ ਰੰਜ ਨੂੰ, ਲੋਕਾਂ ਦੇ ਇਸ ਗੁੱਸੇ ਨੂੰ ਕਿਵੇਂ ਦੂਰ ਕੀਤਾ ਜਾਵੇ, ਪੰਜਾਬ ਦੇ ਜ਼ਖਮਾਂ 'ਤੇ ਕਿਵੇਂ ਮੱਲਮ ਲਾਈ ਜਾਵੇ। ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ। ਜੀ ਬੇਸ਼ੱਕ ਉਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ ਪੰਜਾਬ ਲਈ ਪੈਕੇਜ, ਕਿਉਂਕਿ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਲੋਕ ਹੈ, ਇਹਨਾਂ ਨੇ ਜੋ ਵੀ ਅਨਾਉਂਸ ਕਰਨਾ ਹੁੰਦਾ ਹੈ ਉਹ ਪੋਲੀਟੀਕਲ ਗਿਣਤੀ ਮਿਣਤੀ ਦੇ ਤਹਿਤ ਹੁੰਦਾ ਹੈ। ਜੀ ਇਹਨਾਂ ਨੂੰ ਲੱਗਦਾ ਕਿ ਚੋਣਾਂ 'ਚ ਹਜੇ ਕਾਫੀ ਸਮਾਂ ਬਾਕੀ ਹੈ ਕਿ ਨੇੜੇ ਆ ਕੇ ਕਿਸੇ ਨਾ ਕਿਸੇ ਕਿਸਮ ਦਾ ਕੋਈ ਪੈਕੇਜ ਵੀ ਅਨਾਉਂਸ ਹੋ ਸਕਦਾ ਹੈਗਾ। ਪਰ ਉਸ ਤੋਂ ਬਾਅਦ ਜਦੋਂ ਸਟੇਜ ਦੇ ਸਮਾਗਮ ਖਤਮ ਹੋ ਗਏ ਸੀ, ਜੀ ਪ੍ਰਧਾਨ ਮੰਤਰੀ ਨੇ ਜਿਹੜੇ ਆਪਣੇ ਸਟੇਟ ਲੀਡਰਸ਼ਿਪ ਆ ਉਹਨਾਂ ਦੀ, ਭਾਜਪਾ ਦੀ, ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੇ ਵਿੱਚੋਂ ਕਈ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਜਿਸ ਤਰ੍ਹਾਂ ਉਹਨਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਜਿਹੜਾ 9 ਜਨਵਰੀ ਨੂੰ ਉਹਨਾਂ ਨੇ ਜਦੋਂ ਖੇਤੀ ਕਾਨੂੰਨ ਵਾਪਸ ਲੈ ਲਏ ਪਿਛਲੇ ਸਾਲ, 9 ਜਨਵਰੀ ਨੂੰ ਜਿਹੜਾ ਅਨਾਉਂਸ ਕੀਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ ਜਿਹੜਾ 26 ਦਸੰਬਰ ਹੈ ਉਹਨੂੰ ਅਸੀਂ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਵਾਂਗੇ, ਜੀ ਬਿਲਕੁਲ। ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਏਗਾ। ਉਹ ਵੀ ਇੱਕ ਇਸੇ ਕੜੀ ਵਜੋਂ ਸੀ, ਕਿਉਂਕਿ ਭਾਜਪਾ ਦੀ ਇੱਕ ਕਮਿਊਨਿਟੀ ਪ੍ਰਤੀ ਤਾਂ ਪਹਿਲਾਂ ਹੀ ਇਸ ਕਿਸਮ ਦੀ ਦਰਾੜ ਬਣੀ ਹੋਈ ਹੈ। ਜੀ ਤਾਂ ਉਹਨਾਂ ਦੇ ਅੰਦਰੋਂ ਇੱਕ ਪ੍ਰੈਸ਼ਰ ਹੈ ਕਿ ਸਿੱਖ ਕਮਿਊਨਿਟੀ ਪ੍ਰਤੀ ਜਿਹੜੀ ਆਪਣਾ ਵਤੀਰਾ ਹੈ ਉਹ ਠੀਕ ਰੱਖਣਾ ਹੈ। ਦੂਸਰਾ, ਉਹਨਾਂ ਨੇ ਇੱਕ ਉਚੇਚੇ ਤੌਰ 'ਤੇ ਜਿਹੜੀ ਗੱਲ ਕੀਤੀ ਆਪਣੇ ਅੰਦਰਲੇ ਹਲਕਿਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਪੰਜਾਬ ਲਈ ਅਸੀਂ ਬਹੁਤ ਕੁਝ ਹਜੇ ਕਰਨਾ ਹੈ। ਹੁਣ ਪਿਛਲੇ ਦਿਨਾਂ ਤੋਂ 2-3 ਦਿਨਾਂ ਤੋਂ ਇਹ ਵੀ ਗੱਲ ਚੱਲ ਰਹੀ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ
ਉਹਦੇ ਵਿੱਚ ਛੇਤੀ ਜਿਹੜਾ ਬਦਲਾਅ ਕਰਨ ਜਾ ਰਹੇ ਨੇ। ਇਹ ਸਾਰਾ ਕੁਛ ਆਤਿਸ਼ ਜਿਹੜਾ ਹੋਣਾ ਹੈ ਇਹ 2024 ਦੇ ਮੱਦੇਨਜ਼ਰ ਜਾਂ ਉਸ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਹੈਗਾ। ਹੁਣ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਜੀ ਸ਼ਰਮਾ ਜੀ, ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ 5 ਮਹੀਨਿਆਂ ਦਾ ਵਕਤ ਬਾਕੀ ਰਹਿ ਗਿਆ ਹੈਗਾ। ਬਿਲਕੁਲ ਹੋ ਸਕਦਾ ਕਿ ਪੰਜਾਬ ਭਾਜਪਾ ਦਾ ਜਿਹੜਾ ਨਵਾਂ ਪ੍ਰਧਾਨ ਥੋਪੇ, ਉਹਦੇ ਵਾਈਸ ਜਿਹੜੇ ਪ੍ਰਧਾਨ ਲਾਏ ਜਾਣੇ ਨੇ, ਜਨਰਲ ਸੈਕਟਰੀ, ਪੂਰਾ ਸੰਗਠਨ ਹੈ ਜਿਹੜਾ ਚੇਂਜ ਕੀਤਾ ਜਾਣਾ, ਜਿਹਦੇ ਵਿੱਚ ਇਹ ਵੀ ਖਿਆਲ ਰੱਖਿਆ ਜਾਣਾ ਕਿ ਜਿਹੜੇ ਪੰਜਾਬ ਕਾਂਗਰਸ ਦੇ ਵਿੱਚੋਂ ਸੀਨੀਅਰ ਲੋਕ ਆਏ ਨੇ, ਭਾਜਪਾ ਸ਼ਾਮਲ ਹੋਏ ਆ, ਉਹਨਾਂ ਨੂੰ ਵੀ ਜਗ੍ਹਾ ਦਿੱਤੀ ਜਾਣੀ ਹੈ ਜੀ। ਇਹ ਗੱਲ ਪਤਾ ਨਹੀਂ ਕਿੱਥੋਂ ਕੁ ਤੱਕ ਸੱਚ ਹੋਏਗੀ। ਇਹ ਵੀ ਚਰਚਾ ਹੈ ਕਿ ਭਾਜਪਾ ਸੋਚ ਰਹੀ ਹੈ ਕਿ ਪੰਜਾਬ ਭਾਜਪਾ ਦੀ ਜਿਹੜੀ ਕਮਾਨ ਹੈ ਉਹ ਕਿਸੇ ਸਿੱਖ ਚਿਹਰੇ ਨੂੰ ਸੌਂਪੀ ਜਾਵੇ ਜੀ। ਇਸ ਤੋਂ ਇਲਾਵਾ ਇਹ ਵੀ ਗੱਲ ਚੱਲ ਰਹੀ ਹੈ ਕਿ ਸੁਨੀਲ ਜਾਖੜ ਜੀ, ਜਿਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਔਰ ਅਮਿਤ ਸ਼ਾਹ ਨਾਲ ਠੀਕ ਲੱਗਦੀ ਹੈਗੀ ਹੈ, ਉਹਨਾਂ ਦੇ ਘਰ ਵੀ ਆਏ ਨੇ, ਇਹ ਵੀ ਲੱਗਦਾ ਕਿ ਉਹਨਾਂ ਨੂੰ ਵੀ ਕਮਾਨ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹ ਜਾਖੜ ਨੂੰ ਇੱਕ ਜਾਟ ਚਿਹਰੇ ਦੇ ਤੌਰ 'ਤੇ ਭਾਜਪਾ ਜਿਹੜੀ ਉਹ ਦੇਖ ਰਹੀ ਹੈ ਇਸ ਕਿਸਮ ਦੀ। ਕਿਉਂਕਿ ਹੁਣ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਜਿਸ ਕਿਸਮ ਦੀ ਆਸ ਸੀ, ਉਸ ਤਰ੍ਹਾਂ ਦੀ ਹੁਣ ਆਸਾਂ ਜਿਹੜੀਆਂ ਭਾਜਪਾ ਦੀ ਲੀਡਰਸ਼ਿਪ ਨੂੰ ਨਹੀਂ ਰਹੀਆਂ। ਤਾਂ ਇੱਕ ਤਾਂ ਇਹ ਹੈ ਕਿ ਸੰਗਠਨ ਦੇ ਵਿੱਚ ਭਾਜਪਾ ਜਿਹੜੀ ਉਹ ਬਦਲਾਅ ਕਰਨ ਦੇ ਮੂਡ ਦੇ ਵਿੱਚ ਹੈਗੀ ਹੈ, ਔਰ ਖ਼ਾਸ ਤੌਰ 'ਤੇ ਉਹਦਾ ਨਿਸ਼ਾਨਾ ਇਹ ਹੈ ਕਿ ਪੰਜਾਬ ਦੇ ਲੋਕਾਂ 'ਚ, ਪੇਂਡੂ ਪੰਜਾਬ ਦੇ ਵਿੱਚ ਜਿਹੜੀ ਇੱਕ ਗੱਲ ਘਰ ਕਰ ਗਈ ਹੈ ਸਾਡੇ ਪ੍ਰਤੀ, ਭਾਜਪਾ ਪ੍ਰਤੀ ਇੱਕ ਨਫ਼ਰਤ ਵਾਲਾ ਜਿਹੜਾ ਰੌਂਅ ਹੈ ਉਹ ਬਣਿਆ ਹੋਇਆ ਹੈ ਕਿ ਉਸ ਨੂੰ ਕਿਵੇਂ ਡਿਲੀਟ ਕੀਤਾ ਜਾਵੇ। ਉਸ ਨੂੰ ਡਿਲੀਟ ਕਰਕੇ ਜਿਹੜਾ ਇੱਕ ਸਮੂਥ ਹੈ ਜਿਹੜੀ ਧਰਾਤਲ ਹੈ ਪੋਲੀਟੀਕਲ, ਉਹ ਤਿਆਰ ਕੀਤੀ ਜਾਵੇ। ਹੁਣ ਜਿਸ ਤਰ੍ਹਾਂ ਅੱਜ ਇਹਨਾਂ ਦੇ ਜਿਹੜੀ ਸੈਂਟਰ ਦੀ ਆਗੂ ਹੈ ਮੀਨਾਕਸ਼ੀ ਲੇਖੀ, ਉਹ ਵੀ ਗੁਰਦਾਸਪੁਰ ਆਏ ਹੋਏ ਨੇ। ਇਹ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਕਿ ਸੰਗਰੂਰ ਦੇ ਵਿੱਚ ਇਹਨਾਂ ਦੇ ਮਨਸੁਖ ਮਾਂਡਵੀਆ ਜਿਹੜੇ ਸੈਂਟਰ ਦੇ ਵਜ਼ੀਰ ਨੇ, ਉਹ ਆਏ ਹੋਏ ਸੀ। ਇਕਾਦਸ਼ੀ ਇਹਨਾਂ ਨੇ ਇੱਕ ਨਾ ਲੋਕ ਸਭਾ ਪ੍ਰਵਾਸ ਯੋਜਨਾ ਤਿਆਰ ਕੀਤੀ ਹੈ ਪੰਜਾਬ ਲਈ। ਉਹਦੇ ਵਿੱਚ ਇਹਨਾਂ ਨੇ ਸੈਂਟਰ ਦੇ ਵਜ਼ੀਰਾਂ ਦੀ ਇੱਕ ਡਿਊਟੀ ਲਗਾ ਦਿੱਤੀ ਕਿ ਪੰਜਾਬ ਦੇ 9 ਲੋਕ ਸਭਾ ਹਲਕੇ ਇਹਨਾਂ ਨੇ ਸਨਾਖਤ ਕੀਤੇ ਨੇ ਕਿ ਜਿੱਥੇ ਇੰਡੀਪੈਂਡੈਂਟਲੀ ਆਪਣੇ ਪੈਰਾਂ 'ਤੇ ਆਪਾਂ ਖੜਾ ਹੋਣਾ ਪੋਲੀਟੀਕਲੀ। ਮਨਸੁਖ ਮਾਂਡਵੀਆ ਨੂੰ ਤੁਸੀਂ ਵਾਚ ਕੀਤਾ ਹੋਏਗਾ ਕਿ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ, ਮਸਤੂਆਣਾ ਸਾਹਿਬ, ਲੌਂਗੋਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਂਦੇ ਨੇ, ਔਰ ਇੱਕ ਦਿਨ ਉਹ ਧੂਰੀ ਦੇ ਨੇੜੇ ਪਿੰਡ ਇੱਕ ਫਤਿਹਗੜ੍ਹ ਹੈ, ਉੱਥੋਂ ਦੇ ਇੱਕ ਦਲਿਤ ਵਰਗ ਦੇ ਪਰਿਵਾਰ ਦੇ ਵਿੱਚ ਵੀ ਜਾਂਦੇ ਨੇ, ਉੱਥੇ ਲੰਚ ਕਰਦੇ ਨੇ। ਇਸ ਤਰ੍ਹਾਂ ਹਰਦੀਪਪੁਰੀ ਬਠਿੰਡੇ ਜਾਂਦੇ ਨੇ, ਉਹ ਉੱਥੇ ਗੁਰਦੁਆਰਾ ਕਿਲ੍ਹਾ ਸਾਹਿਬ ਹੈ, ਉੱਥੇ ਵੀ ਜਾਂਦੇ ਨੇ ਦਰਸ਼ਨਾਂ ਲਈ। ਔਰ ਇਹਦੇ ਨਾਲ ਬਠਿੰਡਾ ਦੀ ਇੱਕ ਦਲਿਤ ਬਸਤੀ ਦੇ ਵਿੱਚ ਇੱਕ ਐਸੀ ਪਰਿਵਾਰ ਦੇ ਘਰ ਖਾਣਾ ਖਾਣ ਜਾਂਦੇ ਨੇ। ਮਾਂਡਵੀਆ ਸਾਹਿਬ ਪਹਿਲਾਂ ਲੁਧਿਆਣਾ ਜਾਂਦੇ ਨੇ, ਗਜਿੰਦਰ ਸਖਾਵਤ ਜੀ ਆ ਰਹੇ ਨੇ 30-31 ਨੂੰ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ। ਤਾਂ ਇਹ ਇੱਕ ਇਹਨਾਂ ਨੇ ਘੜੀ ਤਿਆਰ ਕੀਤੀ ਹੈ, ਭਾਜਪਾ ਦੀ ਯੋਜਨਾਬੰਦੀ ਹੈਗੀ ਹੈ ਕਿ ਸਿੱਖ ਭਾਈਚਾਰੇ ਨਾਲ ਜਿੰਨੀ ਨੇੜਤਾ ਕਾਇਮ ਕੀਤੀ ਜਾ ਸਕਦੀ ਹੈ ਉਹ ਕਰੋ। ਜਿੰਨੇ ਗੁਰਦੁਆਰਾ ਸਾਹਿਬ ਹੈ, ਸਾਰੇ ਮੰਤਰੀ ਜਦੋਂ ਵੀ 1 ਮਹੀਨੇ ਦੇ ਵਿੱਚ 2 ਦਿਨ ਹਲਕਿਆਂ ਦੇ ਵਿੱਚ ਠਹਿਰਨਗੇ ਤਾਂ ਉਹਨਾਂ ਲਈ ਇਹ ਲਾਜ਼ਮੀ ਕੀਤਾ ਕਿ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਜਾਣਾ ਹੈਗਾ। ਇਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੀਆਂ ਸਟੇਜਾਂ ਨੇ ਉਹਨਾਂ 'ਤੇ ਸਿੱਖ ਜਿਹੜੇ ਚਿਹਰੇ ਨੇ ਉਹਨਾਂ ਨੂੰ ਪ੍ਰੋਮੀਨੈਂਟਲੀ ਉਭਾਰਿਆ ਜਾਂਦਾ, ਬਿਠਾਇਆ ਜਾਂਦਾ। ਪਿੱਛੇ ਦੇਖਿਆ ਸੰਸਦੀ ਬੋਰਡ ਦਾ ਇਹਨਾਂ ਨੇ ਵਿਸਥਾਰ ਕੀਤਾ ਹੈ, ਉਹਦੇ ਵਿੱਚ ਵੀ ਲਾਲਪੁਰਾ ਸਾਹਿਬ ਨੂੰ ਲਿਆ, ਸਿੱਖ ਚਿਹਰਾ ਲਿਆ ਇਹਨਾਂ ਨੇ ਸੰਸਦੀ ਬੋਰਡ ਦੇ ਵਿੱਚ ਵੀ। ਇਸ ਤਰ੍ਹਾਂ ਐਸੀ ਭਾਈਚਾਰੇ ਨਾਲ ਨੇੜਤਾ ਕਾਇਮ ਕਰਨ ਦੇ ਲਈ ਉਹ ਵੀ ਕੀਤਾ ਗਿਆ ਹੈਗਾ। ਤਾਂ ਇਹਦੇ ਨਾਲ ਹੀ ਆਤਿਸ਼ ਇਹ ਵੀ ਹੈਗਾ ਕਿ ਇਹਨਾਂ ਦੀ ਕਈ ਵਾਰੀ ਪੋਲੀਟੀਸ਼ੀਅਨ ਜਾਂ ਪੋਲੀਟੀਕਲ ਪਾਰਟੀਆਂ ਜਿਸ ਤਰ੍ਹਾਂ ਸੋਚਦੀਆਂ ਨੇ, ਜ਼ਰੂਰੀ ਨਹੀਂ ਕਿ ਉਸ ਤਰ੍ਹਾਂ ਐਕਟ ਹੋਵੇ ਸਾਰਾ ਕੁਝ, ਕਿਉਂਕਿ ਗਰਾਊਂਡ ਰਿਐਲਿਟੀ ਕੋਈ ਚੀਜ਼ ਹੋਰ ਹੁੰਦੀ ਹੈ, ਤੁਹਾਡੀ ਸੋਚ, ਤੁਹਾਡੀ ਅਪਰੋਚ, ਤੁਹਾਡੀ ਵਿਉਂਤਬੰਦੀ ਕੋਈ ਹੋਰ ਹੋ ਸਕਦੀ ਹੈ। ਜ਼ਰੂਰੀ ਨਹੀਂ ਕਿ ਉਹਨਾਂ ਨੂੰ ਬੂਰ ਪਵੇ। ਪਰ ਪਿਛਲੇ ਟਾਈਮ ਦੇ ਵਿੱਚ ਇਹਨਾਂ ਨੇ ਇੰਨਾ ਜ਼ਰੂਰ ਹੈ ਕਿ ਜਿੰਨੀ ਕੁ ਸਰਗਰਮੀ ਭਾਜਪਾ ਨੇ ਕੀਤੀ ਹੈ ਕਿ ਇਹਨਾਂ ਨੇ ਆਪਣੀ ਮੈਂਬਰਸ਼ਿਪ ਵਧਾ ਲਈ ਹੈ, ਇਹਨਾਂ ਨੇ ਆਪਣੇ ਜਿਹੜੇ ਯੂਨਿਟ ਹੈ ਉਹ ਵਧਾ ਲਏ ਨੇ, ਇਹਨਾਂ ਨੇ ਜੇ ਬੂਥ ਪੱਧਰ 'ਤੇ ਜਿਹੜੀ ਵਰਕ ਕਰਨਾ ਸੀ ਉਹ ਕਰ ਲਿਆ। ਪਰ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨੇ ਕਿ ਨਾ, ਇੰਨਾ ਹੀ ਕਾਫੀ ਨਹੀਂ। ਤਾਂ ਹੁਣ ਇਹਨਾਂ ਨੂੰ ਇਹ ਗੱਲ ਅਤਿਸ਼ ਲੱਗਣ ਲੱਗੀ ਹੈਗੀ ਹੈ ਕਿ ਸਾਡਾ ਜਿਹੜਾ ਗੁਜ਼ਾਰਾ, ਜਿਹੜੀ ਇਹਨੇ ਫੀਡਬੈਕ ਇਹਨਾਂ ਨੂੰ ਫੀਲਡ ਦੇ ਵਿੱਚੋਂ ਮਿਲੀ ਆਪਣੇ ਮਿਨਿਸਟਰਾਂ ਦੇ ਥਰੂ ਜਾਂ ਹੇਠਲੀ ਲੀਡਰਸ਼ਿਪ ਦੇ ਥਰੂ, ਇਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਠੀਕ ਹੈ ਸਾਰੀਆਂ ਗੱਲਾਂ ਕਿ ਦੇਰ ਸਵੇਰ ਪ੍ਰਧਾਨ ਮੰਤਰੀ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਜਿਹੜੀ ਕੋਈ ਪੈਕੇਜ ਵੀ ਅਨਾਉਂਸ ਕਰ ਦੇਣਗੇ। ਪਰ ਇੰਨਾ ਤੈਅ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਗੱਠਜੋੜ ਬਿਨਾਂ ਤੁਹਾਡੀ ਜਿਹੜੀ ਗੱਲ ਨਹੀਂ ਬਣਨੀ। ਠੀਕ ਹੈ, ਲੋਕ ਸਭਾ ਦੀਆਂ ਚੋਣਾਂ ਵੇਲੇ ਕੋਈ ਤੁਹਾਡੀਆਂ ਸੀਟਾਂ ਆ ਸਕਦੀਆਂ ਨੇ,
ਪਰ ਵਿਧਾਨ ਸਭਾ ਦੇ ਵਿੱਚ ਇੰਡੀਪੈਂਡੈਂਟ ਕੈਪੈਸਿਟੀ ਦੇ ਵਿੱਚ ਤੁਹਾਡੀ ਸਰਕਾਰ ਬਣਨੀ ਮੁਸ਼ਕਲ ਜਾਪਦੀ ਹੈ। ਜੀ। ਤਾਂ ਉਹਨਾਂ ਕੋਲ ਇੱਕੋ ਹੀ ਫਿਰ ਬਦਲ ਰਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਜਿੱਥੋਂ ਤੱਕ ਸਿਆਸੀ ਹਲਕਿਆਂ ਦੇ ਵਿੱਚ ਇਹ ਗੱਲ ਪਾਈ ਜਾ ਰਹੀ ਹੈ ਜਾਂ ਭਾਜਪਾ ਦੇ ਵਿੱਚ ਇਹ ਗੱਲ ਸੈਂਟਰਲ ਲੀਡਰਸ਼ਿਪ ਸੋਚ ਰਹੀ ਹੈ, ਉਹ ਸੋਚਦੇ ਕਿ ਅਕਾਲੀ ਦਲ ਦੇ ਵਿੱਚ ਨਵੇਂ ਚਿਹਰੇ ਅੱਗੇ ਆਉਂਦੇ ਨੇ ਜੀ। ਤਾਂ ਉਹਨਾਂ ਦੇ ਵਿੱਚ ਉਹ ਗੱਠਜੋੜ ਬਾਰੇ ਸੋਚਿਆ ਜਾ ਸਕਦਾ ਹੈ। ਤਾਂ ਇੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਹੈਗਾ। ਬਾਕੀ ਤਾਂ ਪੋਲੀਟੀਕਲ ਸਿਚੁਏਸ਼ਨਾਂ ਕਿਹੋ ਜਿਹੀਆਂ ਬਣਦੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ, ਜੀ। ਕਿਸ ਤਰ੍ਹਾਂ ਹਾਲਾਤ ਮੋੜਾ ਲੈਂਦੇ ਨੇ, ਉਹਨਾਂ ਨੂੰ ਦੇਖ ਕੇ ਹੀ ਅੱਗੇ ਫੈਸਲੇ ਲਏਗੀ ਪਾਰਟੀ। ਉਹਨਾਂ ਦੇ ਆਪਣੇ ਇੰਟਰਨਲ ਮਾਮਲੇ ਨੇ, ਪਰ ਜਿਹੜੀ ਚਰਚਾ ਦੇ ਵਿੱਚ ਉਹ ਇਹੀ ਹੈ, ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਵੇਗਾ ਕਿ ਅਯਾਲੀ ਸਾਹਿਬ ਵੀ ਖੁੱਲ੍ਹ ਕੇ ਬੋਲੇ ਨੇ। ਬਿਲਕੁਲ। ਔਰ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਉਹ ਬੜੇ ਲੀਨੀਅੰਟ ਨੇ ਪ੍ਰਧਾਨ ਮੰਤਰੀ ਪ੍ਰਤੀ। ਹੁਣ ਜਦੋਂ ਉਹਨਾਂ ਦੀ ਫੇਰੀ ਸੀ, ਉਸ ਤੋਂ ਬਾਅਦ ਉਹਨਾਂ ਦਾ ਸਵਾਗਤ ਵੀ ਕੀਤਾ, ਉਹਨਾਂ ਦਾ ਧੰਨਵਾਦ ਵੀ ਕੀਤਾ। ਜਦੋਂ 5 ਜਨਵਰੀ ਨੂੰ ਫਿਰੋਜ਼ਪੁਰ ਤੋਂ ਵਾਪਸ ਹੁੰਦੇ ਨੇ, ਉਦੋਂ ਵੀ ਉਹ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਸਟੈਂਡ ਲੈਂਦੇ ਨੇ। ਜੀ। ਤਾਂ ਪੋਲੀਟੀਕਲ ਕਈ ਵਾਰੀ ਸਾਨੂੰ ਦੇਖਣ ਨੂੰ ਬਾਹਰੋਂ ਕੁਝ ਹੋਰ ਲੱਗਦਾ ਹੁੰਦਾ ਹੈ, ਅੰਦਰੋਂ ਕੁਝ ਹੋਰ ਹੈ ਜਿਹੜਾ ਰਿੱਝ ਰਿਹਾ ਹੁੰਦਾ ਹੈ। ਤਾਂ ਭਾਜਪਾ ਹੁਣ ਇੱਕ ਨਵੇਂ ਪਾਰਟਨਰ ਦੀ ਤਲਾਸ਼ ਦੇ ਵਿੱਚ ਹੈ। ਚਾਹੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਪੁਰਾਣਾ ਪਾਰਟਨਰ ਹੈ, ਪਰ ਉਹਨਾਂ ਨੂੰ ਲੱਗਦਾ ਕਿ ਜੇ ਲੀਡਰਸ਼ਿਪ ਨਵੀਂ ਆਈ ਤਾਂ ਉਹ ਗੱਠਜੋੜ ਹੈ ਜਿਹੜਾ ਅਕਾਲੀ ਦਲ ਨਾਲ ਕਰ ਸਕਦੇ ਨੇ। ਕੁਝ ਵੀ ਸੰਭਵ ਹੋ ਸਕਦਾ ਹੈ, ਪਰ ਜਿੰਨਾ ਚਿਰ, ਕਿਉਂਕਿ ਹਜੇ ਵਿਧਾਨ ਸਭਾ ਤਾਂ ਬਹੁਤ ਦੂਰ ਪਈ ਹੈ, ਲੋਕ ਸਭਾ ਦੇ ਵਿੱਚ ਵੀ 2 ਸਾਲ ਹਜੇ ਬਾਕੀ ਨੇ, ਤਾਂ ਆਉਣ ਵਾਲੇ ਸਮੇਂ 'ਚ ਸਾਡੇ ਸਾਹਮਣੇ ਜਿਹੜਾ ਸਾਰਾ ਕੁਛ ਇਹ ਆਈ ਜਾਣਾ ਹੈ। ਜੀ। ਚਰਨਜੀਤ ਜੀ, ਇੱਕ ਪਾਸੇ ਭਾਜਪਾ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਜਿਹੜਾ ਹੈ ਵਿਊਤਬੰਦੀ ਕਰ ਰਹੀ ਹੈ, ਪਲੈਨਿੰਗ ਕਰ ਰਹੀ ਹੈ, ਤਾਂ ਦੂਜੇ ਪਾਸੇ ਦੇਖੀਏ ਕਾਂਗਰਸ ਦੀ, ਕਿਉਂਕਿ ਕਾਂਗਰਸ ਪਾਰਟੀ ਜਿਹੜਾ ਹੈ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਅੰਦਰੂਨੀ ਕਾਟੋਕਲੇ 'ਚ ਹੋਰ ਉਲਝਦੀ ਜਾ ਰਹੀ ਹੈ। ਗੱਲ ਕਰੀਏ, ਵੈਸੇ ਤਾਂ ਕਾਂਗਰਸ ਦੀ ਵੱਡੀ ਲੀਡਰਸ਼ਿਪ ਭਾਜਪਾ 'ਚ ਸ਼ਾਮਲ ਹੋ ਚੁੱਕੀ ਹੈ। ਜਿਹੜੇ ਵੀ ਰਹਿੰਦੇ ਥੋੜ੍ਹੇ ਬਹੁਤੇ ਆਗੂ ਨੇ ਉਹ ਦੋ ਫਾੜ ਹੋਏ ਦਿਖਾਈ ਦੇ ਰਹੇ ਨੇ। ਕਿਉਂਕਿ ਇਸ ਨੂੰ ਕਿਵੇਂ ਦੇਖੋਗੇ ਕਿ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਕਾਂਗਰਸ ਦੇ ਵਿੱਚ ਦੋ ਫਾੜ ਹੋ ਰਹੇ ਨੇ ਆਗੂ, ਇਸ ਬਾਰੇ ਜ਼ਰੂਰ ਚਾਨਣਾ ਪਾਓ। ਦੇਖੋ ਆਤਿਸ਼, ਕਾਂਗਰਸ ਦੀ ਜਿਹੜੀ ਤਾਣੀ ਹੈ ਉਹ ਸੈਂਟਰ 'ਚ ਵੀ ਉਲਝੀ ਹੋਈ ਹੈ ਅਤੇ ਪੰਜਾਬ 'ਚ ਵੀ ਉਲਝੀ ਹੋਈ ਹੈ। ਇਹ ਠੀਕ ਹੈ ਕਿ ਪਾਰਟੀ ਦੇ ਵਿੱਚ ਬਹੁਤ ਟਾਈਮ ਪਹਿਲਾਂ ਵੀ ਉਤਰਾਅ ਚੜ੍ਹਾਅ ਆਏ ਨੇ, ਪਰ ਇਸ ਵਾਰ ਜਿਹੜਾ ਸੈੱਟਬੈਕ ਹੈ ਉਹ ਜ਼ਿਆਦਾ ਲੱਗਿਆ। ਮਨੀਸ਼ ਤਿਵਾੜੀ ਜੀ ਬੋਲੇ ਨੇ, ਗੁਲਾਮ ਨਬੀ ਆਜ਼ਾਦ ਹੈ ਜਿਹੜੇ, ਉਹ ਅਲਵਿਦਾ ਕਹਿ ਗਏ ਨੇ। ਬਿਲਕੁਲ। ਹਿਮਾਚਲ 'ਚ ਚੋਣ ਇੰਚਾਰਜ ਲਾਏ ਸੀ ਆਨੰਦ ਸ਼ਰਮਾ ਜੀ, ਉਹ ਛੱਡ ਕੇ ਚਲੇ ਗਏ ਨੇ। ਜੋਤੀ ਰਾਏ ਸਿੰਧੀਆ ਜਿਹੜੇ ਪਹਿਲਾਂ ਚਲੇ ਗਏ ਨੇ ਭਾਜਪਾ ਦੇ ਵਿੱਚ। ਸਾਡੇ ਸੁਨੀਲ ਜਾਖੜ ਜੀ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਮਤਲਬ ਇੱਕ ਤੇ ਇੱਕ ਕਰਕੇ ਜਿਹੜੀ ਗਿਣਤੀ ਹੈ ਜਿਹੜੀ ਸੀਨੀਅਰ ਲੀਡਰਸ਼ਿਪਾਂ ਦੀ, ਉਹ ਛੱਡਦੀ ਜਾ ਰਹੀ ਹੈ। G23 ਦਾ ਗਰੁੱਪ ਬਣਿਆ ਸੀਗਾ, ਦੇਖੋ ਕਪਿਲ ਸ਼ੱਬਰ ਹੋਰੀ ਸੀਨੀਅਰ ਬੰਦੇ ਉਹ ਵੀ ਛੱਡ ਕੇ ਜਾ ਚੁੱਕੇ ਨੇ। ਤਾਂ ਹੁਣ ਅੱਜ ਅਨਾਊਂਸ ਹੋਇਆ ਕਿ ਜੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਥੋੜ੍ਹੀ ਦੇਰ ਪਹਿਲਾਂ, ਉਹਨਾਂ ਨੇ ਕਿਹਾ ਕਿ 17 ਅਕਤੂਬਰ ਨੂੰ ਨਵੀਂ ਚੋਣ ਹੋਏਗੀ। ਨਵੀਂ ਚੋਣ ਕੀ ਹੋਏਗੀ? ਗਾਂਧੀ ਪਰਿਵਾਰ 'ਚ ਹੋਏਗੀ ਜਾਂ ਉਹਨਾਂ ਦੇ ਵਿਸ਼ਵਾਸ ਪੱਤਰਾਂ 'ਚ ਹੋਏਗੀ? ਸਾਨੂੰ ਨਹੀਂ ਲੱਗਦਾ ਕੋਈ ਸਰਬ ਪ੍ਰਵਾਨਤ ਚਿਹਰਾ ਇਸ ਵੇਲੇ ਕੋਈ ਵੱਡਾ ਚਿਹਰਾ ਦਿਖਦਾ ਹੋਵੇ, ਕਿਉਂਕਿ ਜਦੋਂ ਤਾਂ ਤੁਸੀਂ ਚੜ੍ਹਤ 'ਚ ਹੁੰਦੇ ਹੋ ਤਾਂ ਬਹੁਤ ਸਾਰੇ ਚਿਹਰੇ, ਬਹੁਤ ਸਾਰੇ ਨਾਂ ਹੈ ਉਹ ਅੱਗੇ ਉਛਲ ਕੇ ਆ ਜਾਂਦੇ ਨੇ। ਪਰ ਜੇ ਤੁਸੀਂ ਡਾਊਨਫਾਲ 'ਚ ਜਾ ਰਹੇ ਹੁੰਦੇ ਹੋ ਤਾਂ ਉਦੋਂ ਫਿਰ ਕੋਈ ਆਪਣਾ ਭਵਿੱਖ ਖਤਰੇ 'ਚ ਨਹੀਂ ਪਾਉਂਦਾ ਕੋਈ ਨੇਤਾ ਵੀ। ਜਿੰਨੀ ਇਹ ਸਰਗਰਮੀ ਕਰ ਰਹੇ ਨੇ, ਤੇ ਨਾਲ ਦੀ ਨਾਲ ਜਿਸ ਤਰ੍ਹਾਂ ਭਾਜਪਾ ਕਹਿੰਦੀ ਹੈ ਕਿ ਅਸੀਂ ਕਾਂਗਰਸ ਮੁਕਤ ਹੈ ਜਿਹੜਾ ਉਹ ਭਾਰਤ ਬਣਾਉਣਾ ਹੈਗਾ, ਤਾਂ ਕਾਂਗਰਸ ਨੂੰ ਵੀ ਲੱਗਦਾ ਕਿ ਜਿਹੜਾ ਚਿਹਰਾ ਨਵੇਂ ਆਏਗਾ ਕਿ ਉਹਦੇ ਪਿੱਛੇ ਅਸੀਂ ED ਕਿਵੇਂ ਪਾ ਸਕਦੇ ਹਾਂ, ਅਸੀਂ CBI ਕਿਵੇਂ ਪਾ ਸਕਦੇ ਹਾਂ। ਉਹ ਵੀ ਉਹਨਾਂ ਦੀਆਂ ਜਿਹੜੀਆਂ ਲਗਾਮਾਂ ਉਹਨਾਂ ਨੇ ਫੜੀਆਂ ਹੋਈਆਂ ਨਾਲ ਦੀ ਨਾਲ ਛੱਡ ਦੇਣੀਆਂ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਉਹ ਹੁਣ ਜਿਵੇਂ ਤਾਜ਼ਾ ਰਫੜ ਪਿਆ ਹੈਗਾ, ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਸਾਨੂੰ ਆਪਣੀ ਐਨਰਜੀ ਇੱਕ ਇੰਡੀਵਿਜੂਅਲ ਕੇਸਾਂ 'ਤੇ ਨਹੀਂ ਲਾਉਣੀ ਚਾਹੀਦੀ। ਸਾਡੇ ਪੰਜਾਬ ਦੇ ਹੋਰ ਸਾਰੇ ਬਹੁਤ ਮੁੱਦੇ ਆ, ਉਹਨਾਂ ਨੂੰ ਛੱਲਣਾ ਚਾਹੀਦਾ ਹੈ। ਅਤੇ ਨਾਲ ਉਹਨਾਂ ਨੇ ਅੱਜ ਫਿਰ ਟਵੀਟ ਕਰਕੇ ਕਿਹਾ ਕਿ ਚੰਗਾ ਹੋਇਆ ਕਿ ਹਰ ਵਰਕਰ ਦੀ ਸੁਣਵਾਈ ਹੋਣੀ ਚਾਹੀਦੀ ਹੈ, ਕਿਉਂਕਿ ਵੜਿੰਗ ਸਾਹਿਬ ਨੇ ਵੀ ਕਹਿਤਾ ਸੀ ਕਿ ਜ਼ਾਬਤੇ 'ਚ ਰਹਿਣਾ ਚਾਹੀਦਾ, ਬਿਨ ਮੰਗੀ ਸਲਾਹ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਹਰ ਵਰਕਰ ਦੀ ਸਲਾਹ ਹੈ ਜਿਹੜੀ ਇੰਪੋਰਟੈਂਟ ਹੁੰਦੀ ਹੈ, ਪਾਰਟੀ ਪ੍ਰਧਾਨ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਅਤੇ ਅੱਜ ਪਤਾ ਲੱਗੇ ਧਰਨਾ ਚੁੱਕ ਵੀ ਦਿੱਤਾ। ਖਹਿਰਾ ਸਾਹਿਬ ਨੇ ਆਪਣੇ ਟਵੀਟ ਦੇ ਵਿੱਚ ਇਹ ਗੱਲ ਕਹੀ ਹੈਗੀ ਹੈ। ਹੁਣ ਸਵਾਲ ਇਹ ਹੈ ਕਿ ਜਦੋਂ ਤਾਂ ਸਾਧੂ ਸਿੰਘ ਧਰਮਸੋਤ ਫੜੇ ਜਾਂਦੇ ਨੇ ਜਾਂ ਗਿਲਜੀਆਂ ਸਾਹਿਬ 'ਤੇ ਕਾਰਵਾਈ ਹੁੰਦੀ ਹੈ, ਇਹ ਪੁਆਇੰਟ ਉਦੋਂ ਕਿਉਂ ਨਹੀਂ ਗਏ? ਅਤੇ ਜਦੋਂ ਹੁਣ ਆਸ਼ੂ ਸਾਹਿਬ 'ਚ ਅੰਦਰ ਚਲੇ ਗਏ ਨੇ ਤਾਂ ਹੁਣ ਸਾਰਾ ਰੌਲਾ ਪੈ ਰਿਹਾ, ਵਿਵਾਦ ਉੱਠਿਆ ਹੈਗਾ। ਤਾਂ ਸਾਨੂੰ ਸਿਆਸੀ ਹਲਕਿਆਂ ਤੋਂ ਇਹ ਗੱਲ ਦਾ ਆਤਿਸ਼ ਪਤਾ ਲੱਗਿਆ ਹੈਗਾ ਕਿ ਭਾਰਤ ਭੂਸ਼ਣ ਆਸ਼ੂ ਦੇ ਜੋ ਸਿਆਸੀ ਗੁਰੂ ਨੇ ਉਹ ਸੋਨੀਆ ਗਾਂਧੀ ਦੇ ਅਮੇਠੀ ਤੋਂ ਚੋਣ ਇੰਚਾਰਜ ਨੇ। ਤਾਂ ਜਿੰਨੇ ਵੀ ਹੁਣ ਕਹਿੰਦੇ ਵੀ ਉਹਨਾਂ ਦੀ ਆਸ਼ੂ ਸਾਹਿਬ ਦੀ ਹਮਾਇਤ ਦੇ ਵਿੱਚ ਕੁੱਦੇ ਨੇ,
ਉਹਨਾਂ ਨਾਲੋਂ ਜ਼ਿਆਦਾ ਤਿਉ ਹੈ ਜਿਹੜਾ ਦਿਖਾ ਰਹੇ ਨੇ ਜਿਹੜੇ ਆਸ਼ੂ ਸਾਹਿਬ ਨਾਲ, ਤੇ ਉਹਦੀ ਕਿਤੇ ਨਾ ਕਿਤੇ ਤਾਰ ਹੈ, ਉਹ ਆਪਣੇ ਨੰਬਰ ਹੈ ਜਿਹੜੇ ਉੱਪਰ ਬਣਾਉਣ ਦੇ ਚੱਕਰ ਦੇ ਵਿੱਚ ਨੇ। ਜੀ ਚਾਹੇ ਉਹ ਰਵਨੀਤ ਬਿੱਟੂ ਹੋਵੇ, ਚਾਹੇ ਰਾਜਾ ਵੜਿੰਗ ਹੋਣ। ਰਾਜਾ ਵੜਿੰਗ ਦੀ ਚਲੋ ਹੁਣ ਖਹਿਰਾ ਬੋਲਿਆ, ਪਹਿਲਾਂ ਇਹਦੇ ਨਾਲ ਥੋੜ੍ਹੇ ਦਿਨ ਪਹਿਲਾਂ ਆਪਾਂ ਦੇਖਿਆ ਪ੍ਰਤਾਪ ਸਿੰਘ ਬਾਜਵਾ ਰੁੱਸ ਕੇ ਚਲੇ ਗਏ ਸੀਗੇ ਜੀ। ਜਿਹਦੇ ਕਾਂਗਰਸ ਭਵਨ ਚੋਂ। ਉਸ ਤੋਂ ਪਹਿਲਾਂ ਕਿਸੇ ਵੇਲੇ ਚੰਗੀ ਬਣਦੀ ਹੁੰਦੀ ਸੀ ਨਵਜੋਤ ਸਿੱਧੂ ਨਾਲ। ਨਵਜੋਤ ਸਿੱਧੂ ਜੋ ਰਾਜੇ ਵੜਿੰਗ ਦੀ ਤਾਜਪੋਸ਼ੀ ਹੋਣੀ ਸੀ, ਉਦੋਂ ਉੱਥੇ ਪਧਾਰੇ ਨਹੀਂ ਸੀਗੇ, ਆਪਣੀ ਇੱਕ ਤਰ੍ਹਾਂ ਦੀ ਹਾਜ਼ਰੀ ਲਾ ਕੇ ਆ ਗਏ ਸੀਗੇ। ਜੀ ਤਾਂ ਕਾਂਗਰਸ ਦੇ ਵਿੱਚ ਜਿੰਨੇ ਵੀ ਲੀਡਰ ਹੈ, ਸਾਰਿਆਂ ਦੇ ਮੂੰਹ ਆ ਜਿਹੜੇ ਇੱਧਰ ਉੱਧਰ ਹੋਏ ਨੇ। ਪ੍ਰਤਾਪ ਸਿੰਘ ਬਾਜਵਾ ਕਿਸੇ ਵੇਲੇ ਅਮਰਿੰਦਰ ਸਿੰਘ ਦੇ ਬੜੇ ਐਂਟੀ ਹੁੰਦੇ ਸੀ। ਜੀ ਫਿਰ ਇੱਕ ਦੌਰ ਉਹ ਵੀ ਆਇਆ ਕਿ ਜਦੋਂ ਸਿਸਮਾ ਫਾਰਮ ਹਾਊਸ 'ਚ ਖੁਦ ਚਲੇ ਜਾਂਦੇ ਨੇ, ਇਕੱਠਿਆਂ ਦੀ ਤਸਵੀਰ ਨਜ਼ਰ ਆਉਂਦੀ ਹੈ। ਅੱਜ ਫੇਰ ਬਾਜਵਾ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ, ਜੀ ਪ੍ਰਨੀਤ ਕੌਰ ਨੂੰ ਨਿਸ਼ਾਨੇ 'ਤੇ ਲਿਆ, ਔਰ ਕਿਹਾ ਕਿ ਪੰਜਾਬ ਨੂੰ ਇਹ ਲੁੱਟ ਕੇ ਖਾ ਗਏ ਨੇ। ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਵੀ ਕੀਤਾ ਜੀ ਕਿ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਅਮਰਿੰਦਰ ਸਿੰਘ ਨੂੰ ਹੱਥ ਪਾਓ ਤੁਸੀਂ। ਇਸ ਕਿਸਮ ਦੇ ਚੈਲੰਜ ਕੀਤੇ ਨੇ। ਕਾਂਗਰਸ ਧੜੇਬੰਦੀ ਤਾਂ ਸ਼ੁਰੂ ਤੋਂ ਕਿਸੇ ਨਾ ਕਿਸੇ ਰੂਪ 'ਚ ਰਹੀ ਹੈ। ਜੀ ਜਦੋਂ ਬੇਅੰਤ ਸਿੰਘ ਦੀ ਸਰਕਾਰ ਹੁੰਦੀ ਸੀ ਤਾਂ ਉਦੋਂ ਵੀ ਇੱਕ ਧੜਾ ਉੱਠ ਕੇ ਜੇ ਲੁਧਿਆਣੇ ਵਿੱਚ ਬਹੁਤ ਵੱਡੀ ਰੈਲੀ ਸੀ, ਕਾਂਗਰਸ ਬਚਾਓ, ਜੀ ਬਿਲਕੁਲ ਠੀਕ ਹੈ, ਉਦੋਂ ਕਹਿੰਦੇ ਸੀ ਕਿ ਬੂਟਾ ਸਿੰਘ ਨੂੰ ਅੱਗੇ ਲੈ ਕੇ ਆਓ ਜੀ। ਹਰਚਰਨ ਬਰਾੜ ਜਦੋਂ ਆਉਂਦੇ ਨੇ, ਮੁੱਖ ਮੰਤਰੀ ਬਣਦੇ ਨੇ, ਤਾਂ ਬੀਬਾ ਭੱਠਲ ਹੈ, ਰਜਿੰਦਰ ਕੌਰ ਭੱਠਲ ਹੈ, ਜਿਹੜੇ ਉਹ ਅੱਗੇ ਆ ਜਾਂਦੇ ਨੇ। ਜੀ ਇਸ ਕਰਕੇ ਪਾਰਟੀ 'ਚ ਕਿਸੇ ਨਾ ਕਿਸੇ ਰੂਪ 'ਚ ਧੜੇਬੰਦੀ ਹੈ ਜਿਹੜੀ ਮੌਜੂਦ ਰਹੀ ਹੈ। ਪਹਿਲਾਂ ਬਾਜਵਾ ਸਾਹਿਬ ਪ੍ਰਧਾਨ ਸੀ ਕਾਂਗਰਸ ਦੇ, ਫਿਰ ਲਾ ਕੇ ਅਮਰਿੰਦਰ ਸਿੰਘ ਨੂੰ ਬਣਾਇਆ, ਪਰ ਹੁਣ ਜ਼ਿਆਦਾ ਖੱਖੜੀਆਂ ਕਰੇਲੇ ਹੋਏ ਹੋਏ ਨੇ। ਪਰ ਹੁਣ ਇਹਨਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭਵਿੱਖ ਕੀ ਹੈ ਕਾਂਗਰਸ ਦਾ, ਦੇਖੋ ਪੋਲੀਟਿਕਸ ਦੇ ਵਿੱਚ ਪਾਰਟੀਆਂ ਦੀ ਆਪਦੀ ਪੋਜ਼ਿਟਿਵਿਟੀ ਤੋਂ ਨਾਲੋਂ ਦੂਸਰੀ ਪਾਰਟੀ ਦੀ ਨੈਗੇਟਿਵਿਟੀ ਤੇ ਗੱਲ ਖੜੀ ਹੁੰਦੀ ਹੈ। ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ। ਬਿਲਕੁਲ ਉਹ ਇਸ ਕਰਕੇ ਨਹੀਂ ਮਿਲੀਆਂ ਕਿ ਬਹੁਤ ਵਧੀਆ ਉਹਨਾਂ ਨੇ ਦੇਖਿਆ, ਜੀ ਉਹ ਲੋਕ ਅੱਕੇ ਵੇ ਸੀਗੇ ਸ਼੍ਰੋਮਣੀ ਅਕਾਲੀ ਦਲ ਤੋਂ, ਕਾਂਗਰਸ ਤੋਂ। ਹੁਣ ਕਾਂਗਰਸ ਦਾ ਵਿਵਹਾਰ ਕਿਸ ਤਰ੍ਹਾਂ ਹੋਏਗਾ, ਅਕਾਲੀ ਦਲ ਦਾ ਵਿਵਹਾਰ ਕਿਸ ਤਰ੍ਹਾਂ ਹੋਏਗਾ, ਇਹ ਇਸ ਗੱਲ 'ਤੇ ਖੜਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਰਫਾਰਮੈਂਸ ਜਿਹੜੀ ਕਿਸ ਤਰ੍ਹਾਂ ਰਹਿੰਦੀ ਹੈਗੀ ਹੈ। ਜੀ ਸੋ ਇਹਨਾਂ ਪਾਰਟੀਆਂ ਦਾ ਫਿਲਹਾਲ ਤਾਂ ਜਿਸ ਤਰ੍ਹਾਂ ਆਪਾਂ ਗ੍ਰਾਫ ਹੈ ਦੇਖ ਰਹੇ ਹਾਂ, ਉਹਦਾ ਫਾਇਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਠਾ ਰਹੀ ਹੈ, ਕਿਉਂਕਿ ਕਾਂਗਰਸ ਆਪਸ 'ਚ ਉਲਝੀ ਵੀ ਹੈ। ਅਕਾਲੀ ਦਲ ਨੇ ਆਪਣਾ ਜਿਹੜਾ ਸੰਗਠਨ ਹੈ ਉਹ ਭੰਗ ਕੀਤਾ ਹੋਇਆ, ਉਹ ਆਪਣੇ 'ਚ ਉਲਝੇ ਹੋਏ ਨੇ। ਇਸ ਕਰਕੇ ਅਤਿਸ਼ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਸਰਕਾਰ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ, ਉਹਦੀ ਅੱਗੇ ਸਾਰਾ ਨਿਰਭਰ ਕਰੇਗਾ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਕਾਂਗਰਸ ਦੇ ਵਿੱਚ ਧੜੇਬੰਦੀ ਜ਼ਿਆਦਾ ਉੱਭਰ ਕੇ ਸਾਹਮਣੇ ਆਈ ਹੈ, ਤੇ ਉੱਥੇ ਹੀ ਗੱਲ ਕਰੀਏ ਆਸ਼ੂ ਖਿਲਾਫ ਜਿਹੜਾ ਇਹ ਟੈਂਡਰ ਘੁਟਾਲੇ ਦਾ ਮਾਮਲਾ ਦਰਜ ਹੋਇਆ ਜਿਸ 'ਚੋਂ ਗ੍ਰਿਫਤਾਰ ਕੀਤੇ ਗਏ ਨੇ, ਉੱਥੇ ਹੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਕਿ ਇਹ ਟੈਂਡਰ ਘੁਟਾਲਾ ਪੰਜਾਬ ਭਰ ਦੇ ਵਿੱਚ ਪੈਰ ਜਿਹੜਾ ਪਸਾਰਦਾ ਜਾ ਰਿਹਾ। ਹੁਣ ਤੱਕ ਲਗਭਗ ਜਿਹੜਾ 19 ਦੇ ਕਰੀਬ ਸ਼ਿਕਾਇਤਾਂ ਜਿਹੜੀਆਂ ਹੋਰ ਸਾਹਮਣੇ ਆ ਚੁੱਕੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇਸ 'ਚ ਕਿੰਨੀ ਕੁ ਸੱਚਾਈ ਹੈ। ਦੇਖੋ ਆਤਿਸ਼, ਜਿਸ ਤਰ੍ਹਾਂ ਟਰਾਂਸਪੋਰਟ ਤੇ ਲੇਬਰ ਦੇ ਛੋਟੇ ਠੇਕੇਦਾਰਾਂ ਨੇ ਜੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ 2000 ਕਰੋੜ ਦਾ ਘੁਟਾਲਾ ਕਿਹਾ ਸੀ, ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਉਹਦੀ ਪੜਤਾਲ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਆ ਜਿਹੜੇ ਉਹ ਇਸ ਵੇਲੇ ਪੁਲਿਸ ਕਸਟਡੀ ਦੇ ਵਿੱਚ ਹੈਗੇ, ਵਿਜੀਲੈਂਸ ਦੀ ਕਸਟਡੀ ਦੇ ਵਿੱਚ ਹੈਗੇ ਨੇ। ਜੀ ਤੇ ਨਾਲ ਹੀ ਹੁਣ ਜਿਹੜੀਆਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿੱਥੋਂ ਸ਼ਿਕਾਇਤਾਂ ਆ ਰਹੀਆਂ ਸੀ, ਉਹ ਪਤਾ ਲੱਗਿਆ ਕਿ ਟੋਟਲ ਗਿਣਤੀ ਉਹਨਾਂ ਦੀ 19 ਹੋ ਗਈ ਹੈ। 19 ਸ਼ਿਕਾਇਤਾਂ ਦੇ ਵਿੱਚੋਂ 2-3 ਸ਼ਿਕਾਇਤਾਂ ਦੀ ਜਿਹੜੀ ਪੜਤਾਲ ਹੈ ਵਿਜੀਲੈਂਸ ਨੇ ਉਹ ਕਰ ਲਈ ਹੈ ਮੁਕੰਮਲ। ਉਹਦੇ ਵਿੱਚ ਜਿਹੜੇ ਆਉਂਦੇ ਹਫ਼ਤੇ, ਉਹ ਸੋਮਵਾਰ ਹੋ ਸਕਦਾ, ਮੰਗਲਵਾਰ ਹੋ ਸਕਦਾ, ਬੁੱਧਵਾਰ ਹੋ ਸਕਦਾ ਹੈ, ਜੀ 2-3 ਪਰਚੇ ਜਿਹੜੇ ਹੋਰ ਹੈ ਅਨਾਜ ਘੁਟਾਲੇ ਦੇ ਸੰਬੰਧ ਦੇ ਵਿੱਚ ਹੋਣੇ ਨੇ। ਉਹਨਾਂ ਦੇ ਵਿੱਚੋਂ ਜਦੋਂ ਅਸੀਂ ਸਾਰੀਆਂ ਕੰਪਲੇਂਟਸ ਦੀ ਬਰੀਫਿੰਗ ਤੇ ਨਜ਼ਰ ਮਾਰਦੇ ਹਾਂ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਦਾ ਜਿਹੜਾ ਪੈਟਰਨ ਹੈ ਉਹ ਸੇਮ ਹੀ ਹੈ ਕਿ ਲੀਵਰ ਔਰ ਟਰਾਂਸਪੋਰਟ ਦੇ ਜਿਹੜੇ ਦਿੱਤੇ ਗਏ ਟੈਂਡਰ ਉਹ ਹਾਈ ਰੇਟਸ ਤੇ ਗਏ ਨੇ। ਔਰ ਨਾਲ ਉਹਨਾਂ ਦੇ ਵਿੱਚ ਇਹ ਵੀ ਪਾਇਆ ਕਿ ਉਹਨਾਂ ਨੇ ਟੈਂਡਰਾਂ ਦੇ ਨਾਲ ਜਿਹੜੇ ਵਹੀਕਲਾਂ ਦੀ ਸੂਚੀ ਦੇਣੀ ਹੈ, ਕਈ ਥਾਵਾਂ ਤੇ ਉਹ ਦਿੱਤੀ ਨਹੀਂ, ਜਾਂ ਜਿਹੜੇ ਵਹੀਕਲਾਂ ਦੀ ਸੂਚੀ ਸਪੋਜ਼ ਕਿ 10 ਟਰੱਕਾਂ ਦੇ ਨੰਬਰ ਤੁਸੀਂ ਲੁਧਿਆਣੇ 'ਚ ਵੀ ਦਿਖਾ ਰਹੇ ਹੋ, ਜੀ ਐਟ ਸੇਮ ਟਾਈਮ ਤੁਸੀਂ ਉਹਨਾਂ ਦੇ ਨੰਬਰ ਹੈ ਜਿਹੜੇ ਉਹ ਤੁਸੀਂ ਬਠਿੰਡੇ 'ਚ ਵੀ ਦਿਖਾ ਰਹੇ ਹੋ। ਬਿਲਕੁਲ। ਤਾਂ 3 ਇਨਕੁਆਰੀਆਂ, 3 ਕੰਪਲੇਂਟਸ ਜਿਹੜੀਆਂ ਨਵੀਆਂ ਆਈਆਂ ਨੇ, ਇੱਕ ਤਰਨਤਾਰਨ ਦੀ ਆਈ ਹੈ, ਇੱਕ ਬਰਨਾਲੇ ਦੀ ਆਈ ਹੈ, ਤੇ ਪਲੱਸ ਇੱਕ ਆਤਿਸ਼ ਕੰਪਲੇਂਟ ਬਠਿੰਡੇ ਤੋਂ ਆਈ ਹੈਗੀ ਹੈ, ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਤੇ ਪੁਆਇੰਟ ਆਊਟ ਕੀਤਾ ਉੱਥੇ ਜਿਹੜੇ ਸਾਬਕਾ MLA ਨੇ ਸਰੂਪ ਸਿੰਘਲਾ ਜੀ, ਉਹਨਾਂ ਨੇ ਕੀਤੀ ਹੈਗੀ ਹੈ। ਪਰ ਇਹ ਵਿਜੀਲੈਂਸ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਹਜੇ ਖਾਸ ਕਰਕੇ ਮਨਪ੍ਰੀਤ ਬਾਦਲ ਵਾਲੀ ਜਿਹੜੀ ਕੰਪਲੇਂਟ ਹੈ ਉਹਦੇ ਅਸੀਂ ਜਿਹੜੇ ਫੈਕਟ ਹੈ ਉਹਨਾਂ ਦੀ ਵੈਰੀਫਿਕੇਸ਼ਨ ਕਰਾ ਰਹੇ ਹਾਂ। ਪਰ 2-3 ਕੇਸਾਂ ਦੇ ਵਿੱਚ ਵਿਜੀਲੈਂਸ ਨੇ ਜਿਹੜੇ
ਫੈਕਟਸ ਹੈ ਜਿਹਨਾਂ ਦੀ ਪੁਸ਼ਟੀ ਕਰ ਲਈ ਹੈ, ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਤੇ ਜਿਹੜੀ ਕਾਰਵਾਈ ਹੈ ਉਹ ਹੋਏਗੀ। ਹੁਣ ਆਮ ਆਦਮੀ ਪਾਰਟੀ ਦਾ ਵੀ ਇੱਕੋ ਹੀ ਏਜੰਡਾ ਹੈਗਾ। ਹਜੇ ਤੱਕ 5 ਮਹੀਨਿਆਂ ਦਾ ਟਾਈਮ ਹੋ ਚੁੱਕਾ ਹੈ। ਜੀ ਸਰਕਾਰ ਨੇ ਕੋਈ ਜਿਹੜੀ ਬੇਸਿਕ ਪੰਜਾਬ ਦੇ ਮਸਲੇ ਸੀ, ਜਾਂ ਡਰੱਗਸ ਦਾ ਸੀ, ਜਾਂ ਬੇਅਦਬੀ ਦਾ ਸੀ, ਗੋਲੀ ਕਾਂਡ ਦਾ ਸੀ, ਉਹਨਾਂ 'ਤੇ ਹਜੇ ਕੋਈ ਬਹੁਤੀ ਹਜੇ ਨਜ਼ਰ ਨਹੀਂ ਆ ਰਹੀ ਸਾਨੂੰ ਉਹਦੀ ਪਰਫਾਰਮੈਂਸ। ਪਰ ਜਿਹੜੀ ਵਿਜੀਲੈਂਸ ਦੇ ਵਿੱਚ, ਜਿਵੇਂ ਉਹਨਾਂ ਨੇ ਆਪਣੇ ਵਿਜੇ ਸਿੰਗਲਾ 'ਤੇ ਪਰਚਾ ਦਰਜ ਕਰ ਲਿਆ ਸੀਗਾ, ਹੁਣ ਆਸ਼ੂ 'ਤੇ ਕਰ ਲਿਆ, ਉਹਨਾਂ ਨੂੰ ਲੱਗਦਾ ਕਿ ਇੱਦਾਂ ਹੀ ਗੱਡੀ ਚੱਲੀ ਜਾਵੇ। ਕਿਉਂਕਿ ਆਪਾਂ ਨੂੰ ਦੇਖਣ ਨੂੰ ਤਾਂ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ 'ਤੇ ਜਾਂ ਕਾਂਗਰਸ ਦੇ ਮਿਨਿਸਟਰਾਂ 'ਤੇ ਕਾਰਵਾਈ ਹੋ ਰਹੀ ਹੈਗੀ ਹੈ, ਪਰ ਇਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਅਸਰ ਜਿਹੜਾ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ 'ਤੇ ਪੈਣਾ ਹੈ। ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਕੱਲੇ ਨੂੰ ਨਿਸ਼ਾਨਾ ਅਸੀਂ ਬਣਾਵਾਂਗੇ ਕਾਂਗਰਸ ਦੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਵੀ ਇਹ ਕਾਰਵਾਈਆਂ ਕੀਤੀਆਂ ਨੇ, ਤਾਂ ਉਹਦਾ ਫਾਇਦਾ ਸਾਨੂੰ ਹਿਮਾਚਲ 'ਚ ਮਿਲੇਗਾ। ਕਿੰਨਾ ਕੁ ਮਿਲਦਾ ਤਾਂ ਵੱਖਰੀ ਗੱਲ ਹੈ। ਹੁਣ ਪੰਜਾਬ ਸਰਕਾਰ ਜਿਹੜੀ ਮੌਜੂਦਾ ਹੈਗੀ, ਇਹ ਤਾਂ ਇਹ ਵੀ ਕਹਿੰਦੇ ਨੇ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਸੀ ਕਿ ਜਿੰਨਾ ਲੁੱਟ ਦਾ ਮਾਲ ਹੈ, ਜਿੰਨਾ ਲੁੱਟ ਦਾ ਪੈਸਾ ਹੈ, ਉਹ ਅਸੀਂ ਖਜ਼ਾਨੇ 'ਚ ਵਾਪਸ ਲੈ ਕੇ ਆਵਾਂਗੇ। ਅੱਜ ਨਹੀਂ ਆਤਿਸ਼, ਆਉਣ ਵਾਲੇ 6 ਮਹੀਨਿਆਂ ਨੂੰ ਪੰਜਾਬ ਦੇ ਲੋਕ ਇਹ ਸਵਾਲ ਕਰਨਗੇ ਕਿ ਕਿੰਨਾ ਪੈਸਾ ਖਜ਼ਾਨੇ 'ਚ ਆਇਆ। ਜਿਵੇਂ ਹੁਣ ਇਹ ਕਿਹਾ ਜਾਂਦਾ ਹੈ ਪੰਚਾਇਤ ਮੰਤਰੀ ਦੁਆਰਾ ਕਿ ਅਸੀਂ 9000 ਏਕੜ ਜ਼ਮੀਨ ਹੈ ਜਿਹੜੀ ਉਹ ਨਜਾਇਜ਼ ਕਬਜ਼ਿਆਂ ਹੇਠੋਂ ਛੁਡਾ ਲਈ ਹੈ। ਉਹ ਕਹਿੰਦੇ ਕਿ ਇਹਦਾ ਪੈਸਾ ਹੀ ਆਏਗਾ ਖਜ਼ਾਨੇ 'ਚ, ਉਹਦੇ ਨਾਲ ਹੀ ਲੋਕਾਂ ਨੂੰ ਅਸੀਂ ਜਿਹੜੀਆਂ ਸਹੂਲਤਾਂ ਦੇਵਾਂਗੇ। ਜੀ ਪਰ ਉਹ ਤਾਂ ਪੰਚਾਇਤਾਂ ਦੀ ਜ਼ਮੀਨ ਹੈ। ਜੇ ਇੱਕ ਪੰਚਾਇਤ ਦੀ ਜ਼ਮੀਨ 100 ਏਕੜ ਉਸ ਨੂੰ ਵਾਪਸ ਆ ਗਈ, ਉਹਦਾ ਜਿੰਨਾ ਵੀ ਰੈਵਨਿਊ ਹੈ ਉਹ ਪੰਚਾਇਤ ਨੂੰ ਜਾਣਾ, ਸਰਕਾਰ ਨੂੰ ਤਾਂ ਜਾਣਾ ਨਹੀਂ। ਜੀ ਉਹ ਕਿੱਥੋਂ ਆਏਗਾ? ਟੈਂਡਰ ਘੁਟਾਲਾ 2000 ਕਰੋੜ ਦਾ ਹੋਇਆ, ਉਹਨਾਂ 'ਤੇ ਤੁਸੀਂ ਪਰਚਾ ਦਰਜ ਕਰਤਾ, ਉਹਦਾ ਅੱਗੇ ਕੇਸ ਚੱਲੇਗਾ, ਉਹ ਕਿਵੇਂ ਵਿਡਰਾਅ ਖਜ਼ਾਨੇ 'ਚ ਆਏਗਾ? ਬਿਲਕੁਲ, ਇਹ ਦੇਖਣ ਵਾਲੀਆਂ ਗੱਲਾਂ ਹੈ। ਸੋ ਆਮ ਆਦਮੀ ਪਾਰਟੀ ਹੁਣ ਤੱਕ ਕਰ ਰਹੀ ਹੈਗੀ ਹੈ। ਠੀਕ ਹੈ ਕਿ ਕਰਪਸ਼ਨ ਜੜ੍ਹਾਂ 'ਚ ਬੈਠੀ ਸੀ ਪੰਜਾਬ 'ਚ, ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਜੀ ਕੁੱਟਿਆ ਹੈ, ਉਹ ਉਹਨਾਂ ਦੇ ਨਾਮ ਬਾਹਰ ਨਸਰ ਹੋਣੇ ਚਾਹੀਦੇ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੂੰ ਦੇਖਿਆ ਜਾਊ ਕਿ ਲੌਜੀਕਲ ਐਂਡ ਤੱਕ ਕਿੰਨੇ ਕੇਸ ਜਾਂਦੇ ਨੇ। ਤਾਂ ਅੱਜ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਫੜ ਲਿਆ, ਇਹ ਕਰ ਲਾਂਗੇ, ਉਹ ਕਰ ਲਾਂਗੇ, ਪਰ ਆਉਣ ਵਾਲੇ 6 ਮਹੀਨਿਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਹਿਸਾਬ ਕਿਤਾਬ ਇਸ ਪਾਰਟੀ ਦੀ ਸਰਕਾਰ ਤੋਂ ਵੀ ਮੰਗਣਾ ਹੈ। ਸੋ ਇਸ ਲਈ ਵੀ ਜਿਹੜੀ ਮੌਜੂਦਾ ਸਰਕਾਰ ਹੈ ਇਹਨੂੰ ਤਿਆਰ ਰਹਿਣਾ ਚਾਹੀਦਾ ਹੈ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।